ਜਸ ਪੰਜਾਬੀ ਕੈਨੇਡਾ ਦੇ ਸਾਰੇ ਵਿਊਅਰਸ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ। ਤੁਹਾਨੂੰ ਸਵਾਗਤ ਕਰਦੇ ਹਾਂ ਸਾਡੇ ਨਵੇਂ ਪ੍ਰੋਗਰਾਮ ਦੇ ਵਿੱਚ ਚਾਹ ਤੇ ਚਰਚਾ। ਸਾਡੇ ਸਾਰੇ ਕੈਨੇਡੀਅਨ ਪੰਜਾਬੀ ਸਰੋਤਿਆਂ ਨੂੰ ਇੱਕ ਵਾਰੀ ਫਿਰ ਸਵਾਗਤ। ਜਸ ਪੰਜਾਬੀ ਇੰਨੇ ਚਿਰ ਤੋਂ ਤੁਹਾਡੇ ਨਾਲ ਜੁੜ ਰਿਹਾ ਹੈ। 15 ਸਾਲ ਮਨਾ ਰਹੇ ਹਾਂ ਇਸ ਕਮਿਊਨਿਟੀ ਦੇ ਨਾਲ। ਸਾਡੇ ਹੋ ਗਏ ਹੈ ਤੁਹਾਡੇ ਨਾਲ ਵਾਸਤਾ ਬਹੁਤ ਪੁਰਾਣਾ ਹੈ ਸਾਡਾ, ਬਟ ਇਸ ਸਾਲ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਜੋ ਸਾਡੇ ਕੈਨੇਡੀਅਨ ਵਿਊਅਰਸ ਹਨ ਉਹਨਾਂ ਲਈ ਇੱਕ ਸਪੈਸ਼ਲ ਕੈਨੇਡਾ ਫੋਕਸਡ ਚੈਨਲ ਅਸੀਂ ਸ਼ੁਰੂ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ। ਸੋ ਜਸ ਪੰਜਾਬੀ ਟੀਵੀ ਕੈਨੇਡਾ ਤੁਹਾਡੇ ਕੋਲ ਪਹੁੰਚ ਚੁੱਕੇ ਹਨ। ਤੁਸੀਂ ਅੱਜ ਸਾਡੇ ਇਸ ਨਵੇਂ ਸ਼ੋਅ ਦੇ ਵਿੱਚ ਸਾਡੇ ਨਾਲ ਜੁੜੇ ਹੋ। ਅਫਕੋਰਸ ਸ਼ੋਅ ਦਾ ਨਾਮ ਹੈ ਚਾਹ ਤੇ ਚਰਚਾ। ਸੋ ਉਮੀਦ ਹੈ ਕਿ ਤੁਹਾਡੇ ਕੋਲ ਵੀ ਤੁਹਾਡਾ ਚਾਹ ਦਾ ਕੱਪ ਰੈਡੀ ਹੈ ਅਤੇ ਕੁਝ ਗੱਲਾਂ ਬਾਤਾਂ ਕਰਨ ਲਈ ਤੁਸੀਂ ਤਿਆਰ ਹੋ ਸਾਡੇ ਨਾਲ ਜੁੜ ਕੇ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਹਰ ਸ਼ਾਮ ਇਹ ਪ੍ਰੋਗਰਾਮ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਆ, ਲਾਈਵ ਜੁੜਦੇ ਆ ਤੁਹਾਡੇ ਨਾਲ, ਵੱਖ-ਵੱਖ ਕੈਨੇਡੀਅਨ ਮਸਲਿਆਂ ਨੂੰ ਤੇ ਗੈਸਟ ਨੂੰ ਇਸ ਪ੍ਰੋਗਰਾਮ ਦੇ ਵਿੱਚ ਫੀਚਰ ਕਰਦੇ ਹਾਂ ਜਿਨ੍ਹਾਂ ਦੇ ਯੂਨੀਕ ਐਕਸਪੀਰੀਅੰਸਿਸ ਤੇ ਬੈਕਗਰਾਉਂਡਸ ਨਾ ਕਿ ਸਿਰਫ ਸਾਨੂੰ ਇੱਕ ਵਧੀਆ ਪਰਸਪੈਕਟਿਵ ਦਿੰਦੇ ਆ ਕਿ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਸਾਡੀ ਕਮਿਊਨਿਟੀ ਦੇ ਕੀ ਚੈਲੰਜਸ ਹੈਗੇ, ਕੀ ਉਹਨਾਂ ਦੇ ਕੁਝ ਐਕਸਪੀਰੀਅੰਸਿਸ ਇਹੋ ਜਿਹੇ ਹੈਗੇ ਜਿਨ੍ਹਾਂ ਦੇ ਬਾਰੇ ਸ਼ਾਇਦ ਵੱਡੇ ਲੈਵਲ 'ਤੇ ਗੱਲ ਨਹੀਂ ਹੁੰਦੀ, ਬਟ ਮੋਰ ਇੰਪੋਰਟੈਂਟਲੀ ਇਨ ਐਕਸਪੀਰੀਅੰਸਿਸ ਤੋਂ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਸਿੱਖਣ ਦਾ ਮੌਕਾ ਮਿਲਦਾ ਹੈ। ਸੋ ਸਾਡੀ ਹਮੇਸ਼ਾ ਕੋਸ਼ਿਸ਼ ਇਸ ਪ੍ਰੋਗਰਾਮ ਵਿੱਚ ਰਹੂਗੀ ਜੋ ਵੀ ਤੁਹਾਡੇ ਮਸਲੇ ਹਨ ਤੁਹਾਡੀ ਕਮਿਊਨਿਟੀ ਦੇ ਵਿੱਚ ਉਹਨਾਂ ਨੂੰ ਚੱਕ ਕੇ ਇਸ ਪ੍ਰੋਗਰਾਮ ਦੇ ਵਿੱਚ ਹਾਈਲਾਈਟ ਕਰਾਂਗੇ ਤੁਹਾਡੇ ਰਾਹੀਂ। ਸੋ ਇਸੇ ਤਰ੍ਹਾਂ ਅੱਜ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਨੂੰ ਗੈਸਟ ਜੁਆਇਨ ਕਰ ਰਹੇ ਹਨ ਮਾਰਸੈਲ ਕਿਊਬੈਕ ਤੋਂ। ਐਂਡ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੈਸਟ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਬਿਕੋਜ਼ ਇਹਨਾਂ ਦੀ ਜੋ ਪ੍ਰੋਫੈਸ਼ਨਲ ਬੈਕਗਰਾਉਂਡ ਹੈ ਮੈਂ ਕਹਾਂਗੀ ਅੱਜ ਦੀ ਡੇਟ ਦੇ ਵਿੱਚ ਇਟਸ ਵਨ ਆਫ ਦਾ ਮੋਸਟ ਇੰਪੋਰਟੈਂਟ। ਲੋਕਾਂ ਨੂੰ ਇਸ ਫੀਲਡ ਨੂੰ ਲੈ ਕੇ ਇੰਨੇ ਸਵਾਲ ਉੱਠਦੇ ਹੈ। ਸੋ ਇਟਸ ਰੀਅਲੀ ਗੁੱਡ ਕਿ ਕੋਈ ਐਕਸਪਰਟ ਇਸ ਏਰੀਆ ਦੇ ਵਿੱਚ ਸਾਡੇ ਨਾਲ ਜੁੜ ਕੇ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦੇ ਸਕਦੇ ਹੈ, ਖਾਸ ਕਰਕੇ ਜਿੱਥੇ ਰੀਅਲ estate ਮਾਰਕੀਟ ਦੀ ਗੱਲ ਆਉਂਦੀ ਹੈ। ਸੋ ਅੱਜ ਸਾਨੂੰ ਜੁਆਇਨ ਕਰ ਰਹੇ ਮਾਰਸੈਲ ਤੋਂ ਹਰਿੰਦਰ ਹਲਾਂ ਜੀ। ਸਭ ਤੋਂ ਪਹਿਲੇ ਹਰਿੰਦਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸ਼ਮਿਤਾ ਜੀ, ਥੈਂਕ ਯੂ ਸੋ ਮਚ ਮੈਨੂੰ ਤੁਸੀਂ ਇੰਨਾ ਸੁਨਹਿਰਾ ਮੌਕਾ ਦਿੱਤਾ ਆਪਣੇ ਪਿਆਰੇ ਸਰੋਤਿਆਂ ਦੇ ਨਾਲ ਰੂਬਰੂ ਹੋਣ ਦਾ ਜੀ, ਜਿੱਥੇ ਮੈਂ ਕੁਝ ਆਪਣੇ ਨਿੱਜੀ ਐਕਸਪੀਰੀਅੰਸ ਮੌਰਗੇਜਸ ਨੂੰ ਲੈ ਕੇ ਸਾਂਝੇ ਕਰ ਸਕਦਾ ਜੀ। ਹਰਿੰਦਰ ਜੀ ਯੂ ਨੋ ਸਾਡੀ ਪ੍ਰੋਗਰਾਮ ਤੋਂ ਪਹਿਲੇ ਵੀ ਗੱਲ ਚੱਲ ਰਹੀ ਸੀ ਐਂਡ ਆਫ ਕੋਰਸ ਜਿੱਦਾਂ ਅਸੀਂ ਕਹਿੰਦੇ ਨਾ ਯੂ ਹੈਵ ਅ ਵੈਲਥ ਆਫ ਨੌਲੇਜ ਇਸ ਏਰੀਆ ਦੇ ਵਿੱਚ ਐਂਡ ਜ਼ਰੂਰ ਮੈਂ ਜਾਣਕਾਰੀ ਤੁਹਾਡੇ ਤੋਂ ਲੈਣਾ ਚਾਹੁੰਦੀ, ਬਟ ਉਸ ਤੋਂ ਪਹਿਲੇ ਥੋੜ੍ਹਾ ਜਿਹਾ ਮੈਂ ਤੁਹਾਡੇ ਬਾਰੇ ਹੋਰ ਜਾਣਨਾ ਚਾਹੁੰਦੀ ਹਾਂ ਬਿਕੋਜ਼ ਤੁਸੀਂ ਇਸ ਕਮਿਊਨਿਟੀ ਦੇ ਨਾਲ ਪ੍ਰੋਫੈਸ਼ਨਲੀ ਵੀ ਪਰਸਨਲੀ ਵੀ ਜੁੜੇ ਹੋਏ ਹੋ ਐਂਡ ਅਕਸਰ ਜਦੋਂ ਅਸੀਂ ਇੱਕ ਇਮੀਗ੍ਰੈਂਟ ਦੀ ਸਟੋਰੀ ਸੁਣਦੇ ਹਾਂ ਭਾਵੇਂ ਉਹ ਫਰਸਟ ਜਨਰੇਸ਼ਨ ਹੋਣ ਜਾਂ ਸੈਕਿੰਡ ਥਰਡ ਜਨਰੇਸ਼ਨ ਪੁਰਾਣੇ ਤੋਂ ਆਏ ਹੋਏ ਹੈ ਕੈਨੇਡਾ ਦੇ ਵਿੱਚ, ਮੈਂ ਤੁਹਾਡੀ ਸਟੋਰੀ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈਣਾ ਚਾਹੁੰਦੀ ਹਾਂ। ਹਰਿੰਦਰ ਜੀ ਤੁਹਾਡੀ ਸ਼ੁਰੂਆਤ ਕੈਨੇਡਾ ਦੇ ਵਿੱਚ ਖਾਸ ਕਰਕੇ ਇਸ ਰੀਅਲ estate ਪ੍ਰੋਫੈਸ਼ਨ ਦੇ ਵਿੱਚ ਕਿਸ ਤਰ੍ਹਾਂ ਹੋਈ? ਸ਼ਮਿਤਾ ਜੀ ਤੁਸੀਂ ਇਹ ਬੜਾ ਵਧੀਆ ਕੁਐਸਚਨ ਪੁੱਛਿਆ। ਐਕਚੁਅਲੀ ਯੂ ਨੋ ਕੈਨੇਡਾ ਇਜ਼ ਕੰਟਰੀ ਆਫ ਇਮੀਗ੍ਰੈਂਟਸ ਤੇ ਮੈਂ ਖੁਦ ਇਸ ਕੰਟਰੀ ਦੇ ਵਿੱਚ 2008 ਦੇ ਵਿੱਚ ਐਜ਼ ਅ ਸਟੂਡੈਂਟ ਇਸ ਕੰਟਰੀ ਦੇ ਵਿੱਚ ਆਇਆ ਸੀ। ਜਦੋਂ ਮੈਂ ਇੱਥੇ ਸਟੱਡੀਜ਼ ਕਰ ਰਿਹਾ ਸੀ ਸ਼ੁਰੂ ਤੋਂ ਹੀ ਬੜਾ ਇੱਕ ਯੂ ਨੋ ਤੁਹਾਨੂੰ ਦਿਲੋਂ ਫੀਲ ਹੁੰਦਾ ਕੁਝ ਕਿ ਤੁਸੀਂ ਉਸ ਡਾਇਰੈਕਸ਼ਨ ਉਸ ਫੀਲਡ ਵੱਲ ਜਾਣਾ ਚਾਹੁੰਦੇ ਹੋ ਤੇ ਕੈਨੇਡੀਅਨ ਹਾਊਸਿੰਗ ਮਾਰਕੀਟ ਵਾਸ ਵਨ ਆਫ them ਜੀ। ਮੇਰਾ ਸ਼ੁਰੂ ਤੋਂ ਇੱਕ ਇੰਟਰਸਟ ਇਸ ਫੀਲਡ ਦੇ ਵਿੱਚ ਇਸ ਤਰ੍ਹਾਂ ਵੱਜਿਆ ਕਿ ਮੈਂ ਬਸ ਆਪਦੇ ਮਨ ਦੇ ਵਿੱਚ ਸੋਚਿਆ ਹੋਇਆ ਸੀ ਕਿ ਕਿੰਨੀ ਛੇਤੀ ਮੈਂ ਇਸ ਇੰਡਸਟਰੀ ਦੇ ਵਿੱਚ ਵੜ ਸਕਦਾ। ਸੋ ਥੋੜਾ ਸਿੱਖਣ ਦੇ ਟਾਈਮ ਲੱਗਦਾ, ਥੋੜਾ ਜਿਹਾ ਐਕਸਪੀਰੀਅੰਸਿਸ ਹੁੰਦੇ ਨੇ ਤੇ ਅੱਜ ਮੈਂ ਪਿਛਲੇ 7 ਸਾਲਾਂ ਤੋਂ ਇਸ ਮੌਰਗੇਜ ਇੰਡਸਟਰੀ ਦੇ ਵਿੱਚ ਕੰਮ ਕਰ ਰਿਹਾ ਤੇ ਆਪਣੇ ਕਮਿਊਨਿਟੀ ਤੇ ਆਪਣੇ ਜੋ ਫਰੈਂਡਸ ਐਂਡ ਫੈਮਿਲੀ ਨੇ ਉਹਨਾਂ ਦੀ ਮੈਂ ਮੌਰਗੇਜ ਰਿਲੇਟਡ ਕੁਐਸਚਨਸ ਦੇ ਵਿੱਚ ਹਮੇਸ਼ਾ ਅਵੇਲੇਬਲ ਹੁੰਦਾ। ਇਨਫੈਕਟ ਮੈਂ ਤੁਹਾਨੂੰ ਆਪਣਾ ਇੱਥੇ ਡਾਇਰੈਕਟ ਨੰਬਰ ਵੀ ਦੇਵਾਂਗਾ। ਮੇਰਾ ਡਾਇਰੈਕਟ ਨੰਬਰ ਹੈ 647-968-0457 ਜਿੱਥੇ ਕਿ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ। I will always be available ਕਿ ਤੁਹਾਡੇ ਕੁਐਸਚਨਸ ਦੇ ਮੈਂ ਆਨਸਰ ਦੇ ਸਕਾਂ।
ਜੀ ਹਰਿੰਦਰ ਜੀ, ਤੁਸੀਂ ਇਹ ਚੀਜ਼ ਸਾਡੇ ਨਾਲ ਸ਼ੇਅਰ ਕੀਤੀ ਕਿ ਤੁਹਾਡੀ ਵੀ ਸ਼ੁਰੂਆਤ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਹੋਈ ਸੀ ਐਂਡ ਸਾਡੇ ਕੁਝ ਪਿਛਲੇ ਪ੍ਰੋਗਰਾਮਸ ਦੇ ਵਿੱਚ ਅਸੀਂ ਨਵੇਂ ਸਟੂਡੈਂਟਸ ਦੇ ਨਾਲ ਵੀ ਗੱਲ ਕੀਤੀ ਕਿ ਉਹਨਾਂ ਦੀ ਸਟਰਗਲਸ ਹੁੰਦੀ ਹੈ, ਖਾਸ ਕਰਕੇ ਬਿਗਿਨਿੰਗ ਦੇ ਵਿੱਚ ਜਦੋਂ ਉਹ ਸਟੂਡੈਂਟ ਦੇ ਤੌਰ ਤੇ ਆਉਂਦੇ ਹੈ। ਇੱਕ ਪਾਸੇ ਉਹ ਇੱਕ ਪੂਰੇ ਨਵੇਂ ਕਲਚਰ ਬਾਰੇ ਸਿੱਖ ਰਹੇ ਹੈ, ਇੱਕ ਨਵੇਂ ਲਾਈਫ ਸਟਾਈਲ ਬਾਰੇ ਸਿੱਖ ਰਹੇ ਹੈ, ਜ਼ਿੰਮੇਵਾਰੀਆਂ ਆਪ ਦੀ ਸਾਂਭ ਰਹੇ ਹੈ, ਬਟ ਦੂਜੇ ਪਾਸੇ ਉਹ ਪੜ੍ਹਾਈ ਵੀ ਕਰ ਰਹੇ ਹੈ ਤੇ ਆਫ ਕੋਰਸ ਜੋ ਮਾਪਿਓ ਜਾਂ ਜੋ ਪਰਿਵਾਰ ਪਿੱਛੇ ਹੁੰਦਾ ਹੈ ਉਹਨਾਂ ਦੇ ਨਾਲ ਵੀ ਕਨੈਕਟਡ ਰਹਿ ਰਹੇ ਹੈ। ਸੋ ਦੈਟਸ ਵੈਰੀ ਚੈਲੰਜਿੰਗ ਐਂਡ ਇਨ ਕੁਝ ਸਟੂਡੈਂਟਸ ਸਾਨੂੰ ਦੱਸਿਆ ਕਿ ਜੋ ਸਭ ਤੋਂ ਜ਼ਿਆਦਾ ਉਹਨਾਂ ਨੂੰ ਡਿਫਿਕਲਟੀ ਆ ਰਹੀ ਸੀ ਉਹ ਉਸ ਸਟੂਡੈਂਟ ਦੀ ਇੱਕ ਵਾਰੀ ਜਦੋਂ ਗ੍ਰੈਜੂਏਸ਼ਨ ਹੋ ਜਾਂਦੀ ਹੈ ਤੇ ਪ੍ਰੋਫੈਸ਼ਨਲ ਜਦੋਂ ਉਹ ਬ੍ਰੇਕ ਇਨ ਕਰਦੇ ਉਸ ਪ੍ਰੋਫੈਸ਼ਨਲ ਵਰਲਡ ਦੇ ਵਿੱਚ ਕਿੰਨੀ ਉਹਨਾਂ ਨੂੰ ਬੈਰੀਅਰਸ ਓਵਰਕਮ ਕਰਨੇ ਪੈਂਦੇ ਆ, ਖਾਸ ਕਰਕੇ ਜੋ ਉਹਨਾਂ ਦੀ ਪਹਿਲੀ ਕੁਝ ਨੌਕਰੀਆਂ ਹੁੰਦੀਆਂ। ਸੋ ਤੁਹਾਡੀ ਜਦੋਂ ਸਕੂਲਿੰਗ ਤੋਂ ਬਾਅਦ ਰੀਅਲ ਏਸਟੇਟ ਦੇ ਵਿੱਚ ਸ਼ੁਰੂਆਤ ਹੋਈ, ਕੀ ਕੁਝ ਤੁਸੀਂ ਚੈਲੰਜਸ ਫੇਸ ਕੀਤੇ ਖਾਸ ਕਰਕੇ ਇਸ ਇੰਡਸਟਰੀ ਦੇ ਨਾਲ ਰਿਲੇਟਡ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਬ੍ਰੇਕ ਇਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ? ਸੋ ਸਭ ਤੋਂ ਪਹਿਲਾਂ ਜੋ ਤੁਸੀਂ ਹੁਣੇ ਟੱਚ ਕੀਤਾ ਹੈ ਬਹੁਤ ਚੈਲੰਜਿੰਗ ਤੇ ਹੈ, ਰਾਈਟ, ਬਿਕਾਜ਼ ਤੁਸੀਂ ਇੱਕ ਨਵੀਂ ਧਰਤੀ ਤੇ ਹੋ, ਨਵਾਂ ਐਟਮੋਸਫੇਅਰ, ਨਵੇਂ ਲੋਕ, ਨਵੇਂ ਰੂਲਸ, ਨਵੇਂ ਰੈਗੂਲੇਸ਼ਨਸ। ਸੋ ਮਾਰਗੇਜ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਮੈਂ ਐਜ਼ ਏਰੀਆ ਮੈਨੇਜਰ ਰੋਜਰਸ ਕਮਿਊਨੀਕੇਸ਼ਨ ਦੇ ਵਿੱਚ ਮੇਰੀ ਇੱਕ ਜੌਬ ਸੀ। ਮੈਂ ਜਿਸ ਕਾਲਜ ਤੋਂ ਗ੍ਰੈਜੂਏਟ ਕੀਤੀ ਸੀ ਮੇਰੀ ਬੈਕਗ੍ਰਾਉਂਡ ਵੀ ਬਿਜ਼ਨਸ ਮੈਨੇਜਮੈਂਟ ਦੇ ਵਿੱਚ ਸੀ ਤੇ ਮੇਰੀ ਹਮੇਸ਼ਾ ਇੱਕ ਆਦਤ ਰਹੀ ਹੈ ਕਿ ਮੈਂ ਕਿਸੇ ਤੋਂ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਮੈਂ ਸੰਗਿਆ ਨਹੀਂ ਸੀ ਅੱਜ ਤੱਕ, ਕਿਉਂਕਿ ਜਿੰਨਾ ਤੁਹਾਨੂੰ ਉਸ ਸੋਸਾਇਟੀ ਬਾਰੇ, ਜਿੰਨਾ ਤੁਹਾਨੂੰ ਉਸ ਕਲਚਰ ਬਾਰੇ ਜਾਂ ਜਿੰਨਾ ਤੁਹਾਨੂੰ ਉਸ ਕੰਟਰੀ ਬਾਰੇ ਪਤਾ ਲੱਗ ਸਕਦਾ, ਦੈਟਸ ਨਾਟ ਇਨਫ, ਤੁਹਾਨੂੰ ਸਿੱਖਦੇ ਰਹਿਣਾ ਚਾਹੀਦਾ। ਬਿਲਕੁਲ। ਮੈਨੂੰ ਕਿਸੇ ਨੇ ਗਾਈਡ ਕੀਤਾ ਸੀ ਕਿ ਜਦੋਂ ਹੀ ਤੁਹਾਡਾ ਲਾਸਟ ਸਮੈਸਟਰ ਸ਼ੁਰੂ ਹੋਵੇ ਤਾਂ ਤੁਸੀਂ ਅਪਲਾਈ ਕਰਨਾ ਸ਼ੁਰੂ ਕਰੋ। ਚੈਲੰਜ ਕਿੱਥੇ ਆ ਰਿਹਾ ਸੀਗਾ, ਜੋ ਕਿ ਮੇਰੇ ਕਲਾਸਮੇਟਸ ਨੂੰ ਵੀ ਆਇਆ, ਕਿ ਆਪਾਂ ਵੇਟ ਕਰਦੇ ਹਾਂ ਜਦੋਂ ਸਾਡਾ ਕੋਰਸ ਖਤਮ ਹੋਵੇ ਫਿਰ ਮੈਂ ਅਪਲਾਈ ਕਰਾਂ, ਬਟ ਉਦੋਂ ਤੁਸੀਂ ਕੀ ਹੈ, ਯੂ ਆਰ ਇਨ ਅ ਪੂਲ ਆਫ ਪਤਾ ਨਹੀਂ ਕਿੰਨੇ ਹੋਰ ਸਟੂਡੈਂਟ ਤੁਹਾਡੇ ਨਾਲ ਉਸ ਟਾਈਮ ਅਪਲਾਈ ਕਰ ਰਹੇ ਹੈ, ਦੈਨ ਇਟਸ ਅ ਮੈਟਰ ਆਫ ਲੱਕ। ਤੇ ਤੁਹਾਨੂੰ ਉਹ ਪਲਾਨ ਕਰਕੇ ਚੱਲਣਾ ਪੈਂਦਾ ਹੈ ਕਿ ਮੈਂ ਕਿਸ ਟਾਈਮ ਤੇ ਆਪਣੀ ਜੌਬਸ ਅਪਲਾਈ ਕਰਨੀ ਹੈ, ਕਿਸ ਫੀਲਡ ਦੇ ਵਿੱਚ ਅਪਲਾਈ ਕਰਨੀ ਹੈ। ਮੇਰੀ ਇਨਫੈਕਟ ਜਿਹੜੀ ਸਭ ਤੋਂ ਪਹਿਲੀ ਜੌਬ ਇੱਥੇ ਲੱਗੀ ਸੀ ਰੋਜਰਸ ਕਮਿਊਨੀਕੇਸ਼ਨ ਦੇ ਵਿੱਚ, ਉਹਦਾ ਰੀਜ਼ਨ ਜੁਆਇਨ ਕਰਨ ਦਾ ਇਹ ਸੀ ਕਿ ਉਹ ਇੱਕ ਡੋਰ ਟੂ ਡੋਰ ਸੇਲਸਮੈਨ ਦੀ ਜੌਬ ਸੀ। ਤੇ ਜਿਵੇਂ ਆਪਾਂ ਇੰਡੀਆ ਤੋਂ ਆਉਂਦੇ ਆ, ਮਾਂ ਪਿਓ ਹੈਗੇ ਆ, ਰਾਈਟ, ਬਹੁਤ ਉਮੀਦਾਂ ਲੈ ਕੇ ਆਉਂਦੇ ਆ ਆਪਾਂ ਕਿ ਉੱਥੇ ਜਾਵਾਂਗੇ ਕੁਝ ਕਰਕੇ ਦਿਖਾਵਾਂਗੇ। ਸੋ ਉਸ ਦੇ ਜ਼ਰੀਏ ਮੇਰੇ ਕੋਲ ਇੱਕ ਉਹ ਸੁਨਹਿਰੀ ਮੌਕਾ ਸੀ, ਜਦੋਂ ਮੈਂ ਕਿਸੇ ਦੇ ਫੇਸ ਟੂ ਫੇਸ ਹੁੰਦਾ ਤਾਂ ਤੁਹਾਨੂੰ ਉਸ ਬੰਦੇ ਦੇ ਬਾਰੇ ਪਤਾ ਲੱਗਦਾ ਹੈ, ਤੁਹਾਨੂੰ ਪਤਾ ਲੱਗਦਾ ਕਿ ਉਹ ਕੀ ਚੰਗਾ ਲੱਗਦਾ ਹੈ, ਉਹਨੂੰ ਕਿਸ ਚੀਜ਼ਾਂ ਨਾਲ ਉਸਨੂੰ ਪਿਆਰ ਹੈ, ਕੀ ਚੀਜ਼ ਉਹਦੀ ਲਾਈਫ 'ਚ ਇੰਪੋਰਟੈਂਟ ਹੈ। ਤੇ ਐਜ਼ ਅ ਕੈਨੇਡੀਅਨ ਸੋਸਾਇਟੀ ਇਹ ਜਾਣਨਾ ਬਹੁਤ ਜ਼ਰੂਰੀ ਸੀ। ਸੋ ਮੈਂ ਥੈਂਕਫੁਲ ਹਾਂ ਉਸ ਜੌਬ ਦਾ, ਕਿਉਂਕਿ ਮੈਨੂੰ ਇੱਕ ਕੌਨਫੀਡੈਂਸ ਆਇਆ, ਮੈਂ ਲੋਕਾਂ ਨੂੰ ਹੋਰ ਜਾਣਨ ਦੀ ਕੋਸ਼ਿਸ਼ ਕਰ ਸਕਿਆ, ਜਿਸ ਕਰਕੇ ਮੈਂ ਆਪਣੀ ਕਮਿਊਨਿਟੀ ਦੇ ਵਿੱਚ ਆਪਣੇ ਦੋਸਤਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਜੋ ਮੇਰੇ ਦਿਲ ਦੀ ਗੱਲ ਹੈ, ਜੋ ਮੈਂ ਕਰਨਾ ਚਾਹੁੰਦਾ ਸੀ, ਸਾਰਿਆਂ ਨੂੰ ਮੇਰੇ ਦਿਲ ਦੀ ਗੱਲ ਦਾ ਪਤਾ ਸੀ ਤੇ ਦੈਟ ਹੈਲਪਸ। ਤੇ ਉਸ ਕਰਕੇ ਹੀ ਜੋ ਅੱਜ ਮੇਰੇ ਕੋਲ ਮੇਰਾ ਬਿਜ਼ਨਸ ਹੈ, ਮੇਰੇ ਕਲਾਇੰਟਸ ਨੇ, ਉਹ ਇੱਕ ਤਰ੍ਹਾਂ ਨਾਲ ਮੇਰੀ ਫੈਮਿਲੀ, ਇੱਕ ਤਰ੍ਹਾਂ ਨਾਲ ਫਰੈਂਡ ਬਣ ਕੇ ਰਹਿੰਦੇ ਨੇ। ਜੀ ਇਸ ਬਿਜ਼ਨਸ ਦੇ ਵਿੱਚ ਕਿਸ ਤਰ੍ਹਾਂ ਤੁਹਾਡੀ ਸ਼ੁਰੂਆਤ ਹੋਈ? ਆਈ ਥਿੰਕ ਇਹ ਜੋ ਤੁਸੀਂ ਐਡਵਾਈਸ ਦਿੱਤੀ ਹੈ ਖਾਸ ਕਰਕੇ ਉਨ ਸਟੂਡੈਂਟਸ ਲਈ ਜੋ ਸ਼ਾਇਦ ਸਾਨੂੰ ਵੇਖ ਰਹੇ ਹੋਣੇ ਹੈ, ਇਹ ਬਹੁਤ ਵੈਲਿਊਬਲ ਐਡਵਾਈਸ ਸਾਡੇ ਨਾਲ ਸ਼ੇਅਰ ਕੀਤੀ ਕਿ ਟਾਈਮ ਨਾ ਵੇਸਟ ਕਰੋ, ਇਹ ਨਾ ਸੋਚੋ ਕਿ ਸਕੂਲਿੰਗ ਤੋਂ ਬਾਅਦ ਤੁਸੀਂ ਇਹ ਚੀਜ਼ਾਂ ਕਰਨੀਆਂ, ਪਹਿਲੇ ਤੋਂ ਹੀ ਕਰ ਲਓ ਸ਼ੁਰੂ, ਐਂਡ ਯੂ ਗੈਟ ਅਹੈਡ of some of the difficulties, right? So that's really interesting. And of course ਅਗਰ ਤੁਸੀਂ ਨਵੇਂ ਕਿਸੇ ਕਲਚਰ ਵਿੱਚ ਰਹਿ ਰਹੇ ਹੋ, ਉਹਦੇ ਬਾਰੇ ਸਿੱਖਣ ਲਈ ਅਗਰ ਕੋਈ ਇਹੋ ਜਿਹੀ ਨੌਕਰੀ ਮਿਲਦੀ ਹੈ, ਇਹ ਤੋਂ ਵੱਡੀ ਕੀ ਓਪਰਚੁਨਿਟੀ ਹੋ ਸਕਦੀ ਹੈ। ਸੋ ਇਟਸ ਫੈਂਟੈਸਟਿਕ ਟੂ ਹੀਅਰ। ਬਟ ਹੁਣ ਮੈਂ ਥੋੜ੍ਹੀ ਜਿਹੀ ਤੁਹਾਡੇ ਇਸ ਖਾਸ ਕਰਕੇ ਇਸ ਪ੍ਰੋਫੈਸ਼ਨ ਬਾਰੇ ਸਿੱਖਣਾ ਚਾਹੁੰਦੀ ਹਾਂ, ਤੁਹਾਡੇ ਤੋਂ ਗੱਲ ਕਰਨਾ ਚਾਹੁੰਦੀ ਹਾਂ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਸਾਨੂੰ ਰੁਕਣਾ ਪੈ ਰਿਹਾ। ਹਰਿੰਦਰ ਜੀ ਤੁਸੀਂ ਕਿਤੇ ਨਾ ਜਾਓ, ਵਿਊਅਰਸ ਤੁਸੀਂ ਵੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਹਰਿੰਦਰ ਜੀ ਸਾਡੇ ਨਾਲ ਜੁੜੇ ਹਨ, ਚਾਹ ਦਾ ਕੱਪ ਮੇਰੇ ਕੋਲ ਹੈਗਾ, ਅਗਰ ਤੁਹਾਡੇ ਕੋਲ ਨਹੀਂ ਹੈ ਤਾਂ ਫਟਾਫਟ ਬਣਾ ਲਓ। ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਤੇ ਗੱਲਾਂ ਜਾਰੀ ਰਹਿਣਗੀਆਂ ਬ੍ਰੇਕ ਤੋਂ ਉਸ ਪਾਰ।
ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਏ ਹਾਂ ਸਾਡੇ ਜਸ ਪੰਜਾਬੀ ਕੈਨੇਡਾ ਦੇ ਵਿਊਅਰਸ ਨੂੰ ਨਿੱਘਾ ਸਵਾਗਤ ਪ੍ਰੋਗਰਾਮ ਚਾਹ ਤੇ ਚਰਚਾ ਦੇ ਵਿੱਚ। ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਮੈਂ ਤਾਂ ਚਾਹ ਦਾ ਕੱਪ ਨਾਲ ਰੱਖਦੀ ਹਾਂ। ਇਸ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਗੈਸਟ ਦੇ ਨਾਲ ਜਦੋਂ ਗੱਲ ਕਰਦੇ ਹਾਂ ਅਸੀਂ ਤੇ ਚਾਹ ਦਾ ਵੀ ਸਵਾਦ ਆਉਂਦਾ ਹੈ ਤੇ ਜੋ ਜਾਣਕਾਰੀ ਸਾਨੂੰ ਸੁਣਨ ਨੂੰ ਮਿਲਦੀ ਹੈ ਉਹਦੇ ਬਾਰੇ ਨਾ ਕਿ ਸਿਰਫ ਜੋ ਸਾਡੀ ਕੈਨੇਡਾ ਦੇ ਵਿੱਚ ਇੰਨੀ ਥਰਾਈਵਿੰਗ ਪੰਜਾਬੀ ਪੋਪੂਲੇਸ਼ਨ ਹੈ ਉਹਨਾਂ ਦੇ ਬਾਰੇ ਹੋਰ ਜਾਣਕਾਰੀ ਮਿਲਦੀ ਹੈ, ਬਟ ਕਿਸ ਤਰ੍ਹਾਂ ਉਹ ਇੱਕ ਇੰਡੀਵਿਜੂਅਲ ਇਨ ਵੱਡੇ ਚੈਲੰਜਸ ਨੂੰ ਓਵਰਕਮ ਕਰਦੇ ਹੈ। ਉਹਦੇ ਬਾਰੇ ਥੋੜ੍ਹੀ ਐਡਵਾਈਸ ਵੀ ਸਾਨੂੰ ਸੁਣਨ ਨੂੰ ਮਿਲਦੀ ਹੈ। ਬਟ ਮੋਸਟ ਇੰਪੋਰਟੈਂਟਲੀ ਜਦੋਂ ਵੀ ਕੋਈ ਨਵਾਂ ਕਿਸੇ ਮੁਲਕ ਦੇ ਵਿੱਚ ਆਉਂਦਾ ਹੈ, ਪੜ੍ਹਾਈ ਲਿਖਾਈ ਕਾਰੋਬਾਰ ਕਿਸ ਤਰ੍ਹਾਂ ਤੁਸੀਂ ਪੈਸੇ ਕਮਾਣੇ ਆਪ ਦੇ ਖਰਚੇ ਪੂਰੇ ਕਰਨੇ ਇਹ ਤਾਂ ਸਭ ਤੋਂ ਵੱਡੀ ਪ੍ਰਾਇਓਰਿਟੀ ਹੁੰਦੀ ਹੈ। ਬਟ ਉਸ ਤੋਂ ਬਾਅਦ ਇੱਕ ਜ਼ਰੂਰਤ ਬਣ ਜਾਂਦੀ ਹੈ ਕਿ ਰਹਿਣ ਸਹਿਣ ਬਾਰੇ ਸੋਚੋ ਕਿ ਤੁਸੀਂ ਕਿੱਥੇ ਰਹਿ ਰਹੇ ਹੋ, ਤੁਹਾਡਾ ਲੌਂਗ ਟਰਮ ਕੀ ਪਲਾਨ ਹੈ। ਨਵੇਂ ਮਕਾਨ ਜਦੋਂ ਲੈਣ ਦੀ ਗੱਲ ਆਉਂਦੀ ਹੈ ਤੇ ਲੱਗਦਾ ਕਿ ਅੱਛਾ ਹੁਣ ਅਸੀਂ ਥੋੜ੍ਹੀ ਜਿਹੀ ਹੋਰ ਤਰੱਕੀ ਕੀਤੀ ਹੈ ਕਿ ਅਸੀਂ ਆਪ ਦਾ ਪਹਿਲਾ ਘਰ ਬਾਏ ਕਰਨ ਦੀ ਸੋਚ ਰਹੇ ਹਾਂ ਜਾਂ ਇਸ ਪਾਸੇ ਥੋੜ੍ਹੇ ਜਿਹੇ ਪੈਸੇ ਕੱਢ ਕੇ ਜੋੜ ਕੇ ਇਸ ਨਵੇਂ ਮੁਕਾਮ ਤੱਕ ਪਹੁੰਚਣ ਦੀ ਸੋਚ ਰਹੇ ਹਾਂ। ਤੇ ਕੈਨੇਡਾ ਦੇ ਵਿੱਚ ਵੀ ਜੋ ਸਾਡੇ ਵਿਊਅਰਸ ਜੁੜੇ ਹਨ ਜਿਨ੍ਹਾਂ ਨੂੰ ਇਸ ਪਾਸੇ ਹੋਰ ਜਾਣਕਾਰੀ ਦੀ ਲੋੜ ਹੈ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਸ਼ਾਮ ਦੇ ਗੈਸਟ ਨੂੰ ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਹਰਿੰਦਰ ਹਲਾਂ ਜੀ, ਜੋ ਕਿ ਇੱਕ ਮੈਂ ਕਹਾਂਗੀ ਇੰਡਸਟਰੀ ਐਕਸਪਰਟ ਹਨ ਜਦੋਂ ਰੀਅਲ ਏਸਟੇਟ ਤੇ ਮੌਰਗੇਜਸ ਦੀ ਗੱਲ ਆਉਂਦੀ। ਹਰਿੰਦਰ ਜੀ, ਵੈਲਕਮ ਬੈਕ ਟੂ ਦ ਪ੍ਰੋਗਰਾਮ, ਇਟਸ ਸੋ ਗੁੱਡ ਟੂ ਹੈਵ ਯੂ। ਹਰਿੰਦਰ ਜੀ, ਯੂ ਨੋ ਵਾਂਸ ਅਗੇਨ ਤੁਹਾਡੀ ਜੋ ਇਹ ਪ੍ਰੋਫੈਸ਼ਨਲ ਐਕਸਪਰਟੀਜ਼ ਹੈਗੀ ਇਹਦੇ ਪਿੱਛੇ ਜੋ ਤੁਹਾਡੀ ਜਰਨੀ ਰਹੀ ਹੈ ਕਮਿੰਗ ਟੂ ਕੈਨੇਡਾ ਐਜ਼ ਅ ਸਟੂਡੈਂਟ, ਕਿਸ ਤਰ੍ਹਾਂ ਤੁਸੀਂ ਇਸ ਇੰਡਸਟਰੀ ਦੇ ਵਿੱਚ ਆਪ ਦੀ ਜਗ੍ਹਾ ਬਣਾਈ, ਇਸ ਕਲਚਰ ਬਾਰੇ ਸਿੱਖਿਆ, ਬਿਕੋਜ਼ ਯੂ ਨੋ ਰੀਅਲ ਏਸਟੇਟ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਪਰਸਨਲ ਕਨੈਕਸ਼ਨਸ ਦੇ ਉੱਤੇ ਲੋਕਾਂ ਦੇ ਨਾਲ ਬਿਜ਼ਨਸ ਕਰਨਾ ਪੈਂਦਾ ਹੈ। ਫਰਸਟ ਦੇ ਹੈਵ ਟੂ ਨੋ ਯੂ ਐਂਡ ਲਾਈਕ ਯੂ ਐਂਡ ਤੁਹਾਨੂੰ ਵੀ ਜਾਣਕਾਰੀ ਰੱਖਣੀ ਪੈਂਦੀ ਹੈ ਆਪ ਦੇ ਕਲਾਇੰਟਸ ਬਾਰੇ, ਏਰੀਆਜ਼ ਬਾਰੇ, ਉਹਨਾਂ ਦੀ ਪਸੰਦ ਤੇ ਨਾਪਸੰਦ ਬਾਰੇ। ਹਰਿੰਦਰ ਜੀ, ਤੁਸੀਂ ਸਾਨੂੰ ਦੱਸ ਰਹੇ ਸੀ ਯੂ ਨੋ ਦੈਟ ਇਸ ਵੇਲੇ ਮਾਰਕੀਟ ਕਾਫੀ you know it's a little crazy, right? We hear that a lot, that interest rates या housing prices इन चीज़ां बारे वक्त जानकारियाँ सुनने ਨੂੰ ਮਿਲਦੀਆਂ। but before we get all the details, overall ਜਿੱਥੇ ਤੁਸੀਂ ਇਸ ਵੇਲੇ ਕੰਮ ਕਰ ਰਹੇ ਹੋ ਇਸ ਫਰਮ ਬਾਰੇ ਸਾਨੂੰ ਥੋੜਾ ਦੱਸੋ, ਤੁਹਾਡੀ ਇਹਨਾਂ ਦੇ ਨਾਲ ਕੀ ਬੈਕਗ੍ਰਾਉਂਡ ਹੈਗੀ and what are the things ਜਿਨ੍ਹਾਂ ਤੇ ਤੁਸੀਂ ਸਪੈਸ਼ਲਾਈਜ਼ ਕਰਦੇ ਹੋ? ਥੈਂਕ ਯੂ ਅਸ਼ਮਿਤਾ ਜੀ। ਸੋ ਮੈਂ ਕੰਮ ਕਰਦਾ ਰੌਕ ਮੌਰਗੇਜ ਕੰਪਨੀ ਦੇ ਨਾਲ। ਸੋ ਸਾਡੇ ਕੋਲ ਐਕਸੈਸ ਹੈ ਤਕਰੀਬਨ 30 to 32 ਲੈਂਡਰਸ। ਸੋ ਇਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਹੋਰ ਪਿੱਛੇ ਜਾ ਕੇ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਹੈ ਕਿ ਯੂ ਨੋ ਆਪਾਂ ਬੈਂਕਸ ਨਾਲ ਡੀਲ ਕਰਦੇ ਹਾਂ, ਚੈਕਿੰਗ ਅਕਾਊਂਟ ਕੁਝ ਬੈਂਕ ਸਪੈਸ਼ਲਾਈਜ਼ ਕਰਦੇ ਆ, ਕੁਝ ਬੈਂਕ ਸਪੈਸ਼ਲਾਈਜ਼ ਕਰਨਗੇ ਸੇਵਿੰਗਸ ਅਕਾਊਂਟ ਦੇ ਨਾਲ। ਉਸੇ ਤਰ੍ਹਾਂ ਜਿਹੜਾ ਮੇਰਾ ਰੋਲ ਹੈਗਾ ਸਪੈਸ਼ਲਾਈਜੇਸ਼ਨ ਇਨ ਮੌਰਗੇਜਸ। ਸਾਡੇ ਵਾਸਤੇ ਸਭ ਤੋਂ ਜ਼ਰੂਰੀ ਇਹ ਹੈ ਕਿ ਐਟ ਰੌਕ ਮੌਰਗੇਜ ਐਜ਼ ਵੈਲ ਸਾਡਾ ਮੇਨ ਪ੍ਰਿੰਸੀਪਲ ਇਹੀ ਹੁੰਦਾ ਹੈ ਕਿ ਕਲਾਇੰਟ ਨੂੰ ਅੰਡਰਸਟੈਂਡ ਕਰਕੇ ਉਹਨਾਂ ਦੀ ਸਿਚੁਏਸ਼ਨ ਨੂੰ ਸਮਝਦੇ ਹੋਏ ਤੁਸੀਂ ਉਹਨਾਂ ਨੂੰ ਆਪਸ਼ਨ ਦੇਣਾ ਹੈ ਅੱਗੇ ਕਿ ਯੂ ਨੋ ਤੁਹਾਡੇ ਇਸ ਕ੍ਰਾਈਟੇਰੀਆ ਦੇ ਹਿਸਾਬ ਨਾਲ ਤੁਸੀਂ ਇਸ ਲੈਂਡਰ ਦੀ ਇਸ ਪ੍ਰੋਡਕਟ ਲਾਈਨ ਦੇ ਵਿੱਚ ਫਿੱਟ ਹੁੰਦੇ ਹੋ ਜੀ। ਬਿਕਾਜ਼ ਚੈਲੰਜਸ ਕੀ ਹੁੰਦੇ ਨੇ, ਜੇ ਤੁਸੀਂ ਕਿਸੇ ਇੱਕ ਬੈਂਕ ਨਾਲ ਡੀਲ ਕਰਦੇ ਹੋ ਤਾਂ ਉਹਨਾਂ ਕੋਲ ਸਿਰਫ ਇੱਕ ਪ੍ਰੋਡਕਟ ਹੈ ਤੁਹਾਨੂੰ ਆਫਰ ਕਰਨ ਲਈ ਜੀ। ਸਾਡੇ ਕੋਲ ਔਨ ਦਾ ਸੇਮ ਪਾਰਟ ਮਲਟੀਪਲ ਪ੍ਰੋਡਕਟਸ ਹੁੰਦੇ ਨੇ ਉਹ ਕਸਟਮਰ ਨੂੰ ਕੇਟਰ ਕਰਨ ਲਈ। ਸੋ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਏ ਸਾਈਡ ਮੌਰਗੇਜਸ, alternative A side and private mortgages। ਸੋ ਜੇ ਸਾਡੇ ਸਰੋਤਿਆਂ ਨੂੰ ਇਹਨਾਂ ਚੋਂ ਕਿਸੇ ਵੀ ਟਾਈਪ ਦੀ ਮੌਰਗੇਜ ਦੀ ਕਦੇ ਵੀ ਲੋੜ ਪਵੇ ਤਾਂ ਉਹ ਮੈਨੂੰ ਡਾਇਰੈਕਟ ਇੱਥੇ ਕੰਟੈਕਟ ਕਰ ਸਕਦੇ ਆ ਤੇ ਮੈਂ ਉਹਨਾਂ ਦੀ ਇਹ ਹੈਲਪ ਕਰਨ ਲਈ ਹਮੇਸ਼ਾ ਲਈ ਤਿਆਰ ਹਾਂ।
जी सो mortgages it's good to know because I think ਜਦੋਂ ਹੋਮ ਬਾਇੰਗ ਦੀ ਗੱਲ ਆਉਂਦੀ ਹੈ ਖਾਸ ਕਰਕੇ ਫਰਸਟ ਟਾਈਮ ਜਾਂ ਨਵੇਂ ਜੋ ਹੋਮ ਬਾਇਰਸ ਹੁੰਦੇ ਹੈ ਜੋ ਕਿ ਨਾ ਕਿ ਇੱਕ ਹੋਮ ਬਾਇੰਗ ਪ੍ਰੋਸੈਸ ਦੇ ਨਾਲ ਇਨਐਕਸਪੀਰੀਅੰਸਡ ਹੈਗੇ ਬਟ ਸ਼ਾਇਦ ਇੱਕ ਇਸ ਪੂਰੇ ਸਿਸਟਮ ਦੇ ਨਾਲ ਉਹਨਾਂ ਦਾ ਐਕਸਪੀਰੀਅੰਸ ਨਵਾਂ ਹੁੰਦਾ ਹੈ ਉਹਨਾਂ ਨੂੰ ਸਭ ਤੋਂ ਜ਼ਿਆਦਾ ਚਿੰਤਾ ਹੁੰਦੀ ਹੈ ਫਾਈਨੈਂਸਿੰਗ ਦੀ ਕਿ ਕਿਸ ਤਰ੍ਹਾਂ ਸਾਨੂੰ ਪੈਸਿਆਂ ਵੱਲੋਂ ਲੈਂਡਿੰਗ ਜਾਂ ਸਾਡੇ ਆਪ ਦੇ ਜੋ ਪੈਸੇ ਜੁੜੇ ਹੋਏ ਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਬੈਸਟ ਇਸਤੇਮਾਲ ਕਰ ਸਕਦੇ ਹਾਂ ਕੀ ਆਪਸ਼ਨ ਸਾਡੇ ਕੋਲ ਹੈਗੀਆਂ ਹਰਿੰਦਰ ਜੀ ਖਾਸ ਕਰਕੇ ਰੀਅਲ ਏਸਟੇਟ ਦੇ ਵਿੱਚ ਡਾਊਨ ਪੇਮੈਂਟਸ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਹੈ ਲੋਕਾਂ ਦੀ ਕੁਝ ਕਨਸੈਪਸ਼ਨਸ ਵੀ ਬਿਲੀਵਸ ਵੀ ਹੁੰਦੇ ਹੈ ਮੈਂ ਚਾਹਾਂਗੀ ਥੋੜ੍ਹਾ ਜਿਹਾ ਤੁਸੀਂ ਡਾਊਨ ਪੇਮੈਂਟ ਨੂੰ ਲੈ ਕੇ ਬਿਕਾਜ਼ ਵਾਂਸ ਅਗੇਨ ਅਗਰ ਕੋਈ ਜੋੜ ਰਿਹਾ ਉਹ ਸੋਚ ਰਿਹਾ ਕਿ ਮੈਂ ਪੈਸੇ ਜੋੜਨੇ ਹੈ ਮੈਂ ਆਪ ਦੀ ਪਹਿਲੀ ਪ੍ਰਾਪਰਟੀ ਲੈਣੀ ਹੈ ਉਹਨਾਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ ਖਾਸ ਕਰਕੇ ਜਿੱਥੇ ਡਾਊਨ ਪੇਮੈਂਟਸ ਦੀ ਗੱਲ ਆਉਂਦੀ ਹੈ ਅਸ਼ਮਿਤਾ ਜੀ ਤੁਸੀਂ ਇਹ ਇੱਕ ਬਹੁਤ ਹੀ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਹੈ ਕਿ ਆਪਣੀ ਖਾਸ ਕਰਕੇ ਆਪਣੀ ਕਮਿਊਨਿਟੀ ਬਹੁਤ ਜ਼ਿਆਦਾ ਮਿਹਨਤੀ ਹੈ ਤੇ ਬਹੁਤ ਹੀ ਇੰਟੈਲੀਜੈਂਟ ਕਮਿਊਨਿਟੀ ਹੈ ਜੇ ਆਪਾਂ ਉਹਨਾਂ ਨੂੰ ਦੱਸਾਂਗੇ ਨਹੀਂ ਕਿ ਇਸ ਪ੍ਰੋਸੈਸ ਦੇ ਵਿੱਚ ਕੀ ਕੁਝ ਇਨਵੋਲਵਡ ਹੈ ਤਾਂ ਉਹ ਇੱਕ ਵੈਲ ਇਨਫੋਰਮਡ ਡਿਸੀਜਨ ਨਹੀਂ ਲੈ ਸਕਣਗੇ ਸੋ ਤੁਹਾਡੇ ਚੈਨਲ ਦੇ ਜ਼ਰੀਏ ਆਪਾਂ ਨੂੰ ਇਹ ਮੌਕਾ ਮਿਲੇਗਾ ਕਿ ਜਿੰਨੇ ਵੀ ਸਰੋਤਿਆਂ ਤੱਕ ਆਪਾਂ ਇਹ ਇਨਫੋਰਮੇਸ਼ਨ ਪਹੁੰਚਾ ਸਕਦੇ ਹਾਂ ਤਾਂ ਆਪਣੀ ਕਮਿਊਨਿਟੀ ਦੀ ਇਹਦੇ ਵਿੱਚ ਬਹੁਤ ਵੱਡੀ ਹੈਲਪ ਹੋਵੇਗੀ ਸੋ ਜੇ ਆਪਾਂ ਮੈਂ ਇਸ ਚੀਜ਼ ਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਾਂਗਾ ਕਿ ਉਹਦਾ ਰੀਜ਼ਨ ਹੈ ਇੱਕ ਕਿ ਜਦੋਂ ਹੁਣ ਤੁਸੀਂ ਆਪਾਂ ਆਪਣੀ ਮਿਹਨਤ ਕਰਕੇ ਪੈਸੇ ਜੋੜਦੇ ਹਾਂ ਹਮੇਸ਼ਾ ਪੁੱਛਿਆ ਜਾਂਦਾ ਹੈ ਕਿ ਕੀ ਮੈਂ 5% ਦੇ ਨਾਲ 5% ਡਾਊਨ ਪੇਮੈਂਟ ਦੇ ਨਾਲ ਘਰ ਨੂੰ ਖਰੀਦ ਸਕਦਾ ਹਾਂ ਜਾਂ ਖਰੀਦ ਸਕਦੀ ਹਾਂ ਕਿ ਨਹੀਂ ਤਾਂ ਆਨਸਰ ਹੈ ਯੈਸ ਬਟ ਉਹਦੇ ਵਿੱਚ ਕੰਡੀਸ਼ਨਸ ਹੁੰਦੀਆਂ ਨੇ ਫੋਰ ਐਗਜ਼ਾਮਪਲ ਜੇ ਤੁਹਾਡੇ ਘਰ ਦੀ ਪ੍ਰਾਈਸ 0 ਤੋਂ ਲੈ ਕੇ $500,000 ਤੱਕ ਦੀ ਹੈ ਜੀ ਤਾਂ ਤੁਹਾਡੀ ਮਿਨੀਮਮ ਡਾਊਨ ਪੇਮੈਂਟ 5% ਹੋ ਸਕਦੀ ਹੈ ਜੀ ਜਿੱਦਾਂ ਹੀ 500,000 ਤੋਂ ਤੁਸੀਂ ਉੱਪਰ ਜਾਣਾ ਸ਼ੁਰੂ ਕਰੋਗੇ ਮੈਂ ਇੱਕ ਉਦਾਹਰਨ ਦੇ ਤੌਰ ਤੇ ਤੁਹਾਨੂੰ ਦੱਸਦਾ ਕਿ ਆਪਾਂ ਐਗਜ਼ਾਮਪਲ ਕਰ ਲੈਨੇ ਆ 600,000 ਫੋਰ ਐਗਜ਼ਾਮਪਲ 5% ਤੁਸੀਂ ਪੇ ਕਰੋਗੇ 0 to 500 ਦਾ ਤੇ 10% ਤੁਸੀਂ ਪੇ ਕਰੋਗੇ ਜਿਹੜਾ ਉਹ ਪਿੱਛੇ 100,000 ਬਚ ਗਿਆ ਤੁਹਾਡਾ ਅੱਛਾ ਜੀ 5,000 ਤੇ 600,000 ਦਾ ਓਕੇ ਸੋ 25,000 ਹੋ ਗਿਆ ਆਪਣਾ ਪਹਿਲਾ ਪਾਰਟ 10,000 ਹੋ ਗਿਆ ਆਪਣਾ ਦੂਜਾ ਪਾਰਟ ਆਪਾਂ ਉਹਨਾਂ ਨੂੰ ਜੋੜਾਂਗੇ ਤੇ ਸਾਡੀ ਮਿਨੀਮਮ ਡਾਊਨ ਪੇਮੈਂਟ ਜਿਹੜੀ ਉਹ $35,000 ਦੀ ਹੈ ਉਸ ਨੂੰ ਲੈ ਕੇ ਅਸੀਂ ਹਾਊਸ ਹੰਟਿੰਗ ਸ਼ੁਰੂ ਕਰ ਸਕਦੇ ਹਾਂ ਬਟ ਇਹਦੇ ਵਿੱਚ ਇੱਕ ਹੋਰ ਇੱਕ ਪੁਆਇੰਟ ਹੈ ਕਿ ਮੌਰਗੇਜ ਲਈ ਸਿਰਫ 3 ਚੀਜ਼ਾਂ ਲੈਂਡਰ ਦੇਖਦਾ ਹੈ ਜੀ ਪਹਿਲੀ ਹੁੰਦੀ ਤੁਹਾਡੀ ਕ੍ਰੈਡਿਟ ਹਿਸਟਰੀ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਮੇਨਟੇਨ ਕਰਕੇ ਰੱਖਿਆ ਹੋਇਆ ਹੈ ਉਹਨੂੰ ਮੌਰਗੇਜਸ ਦੀ ਲੈਂਗੁਏਜਸ ਬੋਲਿਆ ਜਾਂਦਾ ਹੈ ਕਿ ਤੁਹਾਡੀ ਉਹ ਇੱਕ ਬਾਈਬਲ ਹੈ ਕਿ ਉਹ ਕ੍ਰੈਡਿਟ ਰਿਪੋਰਟ ਨੂੰ ਪੜ੍ਹਦੇ ਹੋਏ ਸਭ ਪਤਾ ਲੱਗ ਜਾਂਦਾ ਹੈ ਤੇ ਮੇਰੀ ਇੱਕ ਸਰੋਤਿਆਂ ਨੂੰ ਇਹ ਰਿਕੁਐਸਟ ਵੀ ਹੈ ਕਿ ਆਪਣੇ ਕ੍ਰੈਡਿਟ ਨੂੰ ਇੱਕ ਨਾਜ਼ ਤੇ ਪਿਆਰ ਨਾਲ ਪਾਲ ਕੇ ਰੱਖਣ ਕਿਉਂਕਿ ਬੜੇ ਕੰਮ ਆਉਣ ਵਾਲੀ ਚੀਜ਼ ਹੈ ਦੂਸਰਾ ਉਹ ਦੇਖਦੇ ਆ ਤੁਹਾਡੀ ਇਨਕਮ ਕੀ ਹੈ ਸੋ ਤੀਸਰੀ ਤੁਹਾਡੀ ਆ ਗਈ ਡਾਊਨ ਪੇਮੈਂਟ ਸੋ ਜੇ ਹੁਣ ਆਪਣੇ ਕੋਲ ਮਿਨੀਮਮ ਡਾਊਨ ਪੇਮੈਂਟ ਹੈ ਤਾਂ ਅਗਲਾ ਸਟੈਪ ਆਪਣਾ ਇਹ ਹੈ ਮੇਕ ਸ਼ੋਰ ਕਰਨਾ ਹੈ ਕਿ ਤੁਹਾਡਾ ਕ੍ਰੈਡਿਟ ਅੱਛਾ ਹੈ ਕੀ ਤੁਹਾਡੀ ਇਨਕਮ ਜਿਹੜੇ ਵੀ ਘਰ ਨੂੰ ਤੁਸੀਂ ਲੈਣ ਜਾ ਰਹੇ ਹੋ ਕਿ ਉਹ ਇਨਕਮ ਉਹ ਸਾਰੀ ਤੁਹਾਡੇ ਡੈਟਸ ਨੂੰ ਤੁਹਾਡੀ ਸਾਰੀ ਡਾਊਨ ਪੇਮੈਂਟ ਜੋ ਵੀ ਆਪਾਂ ਵਿੱਚ ਫੈਕਟਰ ਵਿੱਚ ਪਾਵਾਂਗੇ ਕਿ ਉਹ ਇਨਕਮ ਸਾਰੇ ਫੈਕਟਰਸ ਨੂੰ ਜਸਟੀਫਾਈ ਕਰਦੀ ਹੈ ਕਿ ਨਹੀਂ ਸੋ ਇਸ ਤਰੀਕੇ ਨਾਲ ਅਸੀਂ ਪਹੁੰਚਦੇ ਹਾਂ ਉਸ ਕਨਕਲੂਜਨ ਤੇ ਇਸੇ ਵਿੱਚ ਹੀ ਸਾਡੀ ਸਪੈਸ਼ਲਾਈਜੇਸ਼ਨ ਹੈ ਕਿ ਅਸੀਂ ਦੇਖਦੇ ਹਾਂ ਜਦੋਂ ਕਿ ਇੰਨੀ ਤੁਸੀਂ ਡਾਊਨ ਪੇਮੈਂਟ ਲੈ ਕੇ ਆ ਰਹੇ ਹੋ ਆ ਤੁਹਾਡੀ ਇਨਕਮ ਹੈ ਤੇ ਅਸੀਂ ਤੁਹਾਨੂੰ ਮੌਰਗੇਜ ਦਵਾਉਣ ਦੇ ਵਿੱਚ ਹੈਲਪ ਕਰਦੇ ਹਾਂ ਜੀ ਵਾਂਸ ਅਗੇਨ ਜਦੋਂ ਅਸੀਂ ਇੱਕ ਨਵੇਂ ਹੋਮ ਪਰਚੇਸ ਦੀ ਗੱਲ ਕਰਦੇ ਹਾਂ ਜੋ ਫਾਈਨੈਂਸ਼ੀਅਲ ਹਿੱਸਾ ਹੁੰਦਾ ਹੈ ਆਰਗੂਏਬਲੀ ਸਭ ਤੋਂ ਇੰਪੋਰਟੈਂਟ ਹਿੱਸਾ ਹੁੰਦਾ ਹੈ ਸੋ ਦੋਨੋਂ ਪਾਸਿਓਂ ਭਾਵੇਂ ਉਹ ਲੈਂਡਿੰਗ ਦੀ ਗੱਲ ਹੋਏ ਜਾਂ ਕਿਸ ਤਰ੍ਹਾਂ ਤੁਹਾਡੀ ਫਾਈਨੈਂਸ਼ੀਅਲ ਹਿਸਟਰੀ ਆਪ ਦੀ ਤਿਆਰੀ ਹੋਣੀ ਚਾਹੀਦੀ ਹੈ ਉਹਦੇ ਬਾਰੇ ਨਾ ਕਿ ਸਿਰਫ ਤੁਸੀਂ ਲੋਕਾਂ ਨੂੰ ਜਾਣਕਾਰੀ ਪ੍ਰੋਵਾਈਡ ਕਰਦੇ ਹੋ ਬਟ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਇੱਦਾਂ ਨਹੀਂ ਅਸੀਂ ਇੱਦਾਂ ਕਰ ਸਕਦੇ ਹਾਂ ਆਪਸ਼ਨਸ ਤੁਹਾਡੇ ਕੋਲ ਕੀ ਕੁਝ ਹੈਗੇ ਗੁੱਡ ਟੂ ਨੋ ਹਰਿੰਦਰ ਜੀ
ਇਸ ਟੌਪਿਕ ਤੇ ਤਾਂ ਕਿੰਨੇ ਅਸੀਂ ਸ਼ੋਜ਼ ਕਰ ਸਕਦੇ ਹਾਂ। ਸੋ ਆਫ ਕੋਰਸ ਅੱਜ ਦੇ ਇਸ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਸਾਰੀ ਗੱਲਾਂ ਨਹੀਂ ਹੋਣੀਆਂ, ਬਟ ਓਵਰਆਲ ਅਗਰ ਮੈਂ ਤੁਹਾਨੂੰ ਵੱਡੇ ਲੈਵਲ ਦੀ ਸਥਿਤੀ ਪੁੱਛਾਂ, ਰਾਈਟ, ਰੀਅਲ ਏਸਟੇਟ ਮਾਰਕੀਟ ਦੀ, ਇਹੋ ਜਿਹੀ ਅਫਵਾਹਾਂ ਸੁਣਨ ਨੂੰ ਮਿਲਦੀਆਂ ਕਿ ਮਾਰਕੀਟ ਬਹੁਤ ਵੱਧ ਰਹੀ ਹੈ ਜਾਂ ਘਟ ਰਹੀ ਹੈ, ਇੰਟਰਸਟ ਰੇਟਸ ਇੱਥੇ ਉੱਥੇ ਜਾ ਰਹੇ ਹੈ। ਓਵਰਆਲ ਖਾਸ ਕਰਕੇ ਤੁਹਾਨੂੰ ਲੋਕਾਂ ਤੋਂ ਸਭ ਤੋਂ ਜ਼ਿਆਦਾ ਕੀ ਸਵਾਲ ਸੁਣਨ ਨੂੰ ਮਿਲਦੇ ਹਨ? ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਮਾਰਕੀਟ ਦੇ ਹਾਲਾਤਾਂ ਬਾਰੇ, ਖਾਸ ਕਰਕੇ ਜਿੱਥੇ ਸਾਨੂੰ ਹੁਣ ਲੱਗਦਾ ਥੋੜ੍ਹੀ ਜਿਹੀ ਉਮੀਦ ਹੈ ਕਿ ਇਸ ਪੈਂਡੈਮਿਕ ਤੋਂ ਬਾਹਰ ਅਸੀਂ ਨਿਕਲ ਰਹੇ ਹਾਂ, ਚੀਜ਼ਾਂ ਨਾਰਮਲਾਈਜ਼ ਹੋਣ ਜਾ ਰਹੀਆਂ। ਵਾਟਸ ਦ ਸਟੇਟ ਆਫ ਦ ਮਾਰਕੀਟ? ਸੋ ਬਿਲਕੁਲ ਸਹੀ ਸਵਾਲ ਤੁਸੀਂ ਪੁੱਛਿਆ ਜੀ। ਮਾਰਕੀਟ ਦੀ ਸਿਚੁਏਸ਼ਨ ਅੱਜ ਕੱਲ ਟਿਪੀਕਲੀ ਅੱਜ ਕੱਲ ਦੀ ਜਿਹੜੀ ਮਾਰਕੀਟ ਹੈ ਉਹ ਹੈ ਸੈਲਰਸ ਦੀ ਮਾਰਕੀਟ ਜੀ। ਉਸ ਦਾ ਰੀਜ਼ਨ ਇਸ ਤਰ੍ਹਾਂ ਹੈ ਕਿ ਸਪਲਾਈ ਤੇ ਡਿਮਾਂਡ ਦੇ ਉੱਤੇ ਡਿਪੈਂਡ ਕਰਦਾ ਹੈ ਸਾਰਾ ਕੁਝ। ਜੇ ਆਪਣੇ ਕੋਲ ਸਪਲਾਈ ਘੱਟ ਹੋਏਗੀ ਤੇ ਡਿਮਾਂਡ ਜ਼ਿਆਦਾ ਹੋਏਗੀ, ਉਸ ਚੀਜ਼ ਦੀ ਪ੍ਰਾਈਸ ਤੁਹਾਨੂੰ ਪਤਾ ਹੈ ਉਹ ਸਕਾਈ ਰਾਕਟ ਹੋਏਗੀ। ਆਫ ਕੋਰਸ। ਸੋ ਇਸ ਮਾਰਕੀਟ ਨੂੰ ਸਟੇਬਲਾਈਜ਼ ਹੋਣ ਲਈ ਮਾਰਕੀਟ ਦੇ ਵਿੱਚ ਸਪਲਾਈ ਦਾ ਹੋਣਾ ਜ਼ਰੂਰੀ ਹੈ। ਸੋ ਜਦੋਂ ਆਪਣੇ ਜਿੰਨੇ ਸੈਲਰਸ ਹੋਣਗੇ ਜੇ ਉਹ ਡਿਸਾਈਡ ਕਰਦੇ ਆ ਕਿ ਅਸੀਂ ਜਿਵੇਂ ਸਪ੍ਰਿੰਗ ਸੀਜ਼ਨ ਆਪਾਂ ਉਮੀਦ ਲਾ ਕੇ ਬੈਠਦੇ ਆ ਕਿ ਸਪ੍ਰਿੰਗ ਦੇ ਵਿੱਚ ਥੋੜੀ ਜੀ ਮਾਰਕੀਟ ਜਿਹੜੀ ਹੈ ਓਪਨ ਹੋਏਗੀ, ਕਾਫੀ ਲੋਕ ਜਿਹੜੇ ਆ ਵਿੰਟਰਸ ਨੂੰ ਅਵੋਇਡ ਕਰਕੇ ਘਰ ਨੂੰ ਸੇਲ ਤੇ ਨਹੀਂ ਕਰਨਾ ਚਾਹੁੰਦੇ, ਮੂਵਿੰਗ ਦੇ ਵਿੱਚ ਨਹੀਂ ਪੈਣਾ ਚਾਹੁੰਦੇ। ਸੋ ਆਪਣੇ ਕੋਲ ਜਿਹੜੀਆਂ ਲਿਸਟਿੰਗਸ ਆਉਂਦੀਆਂ ਉਹ ਬਹੁਤ ਘੱਟ ਹੁੰਦੀਆਂ ਉਸ ਟਾਈਮ ਤੇ। ਜਦੋਂ ਤੁਹਾਡਾ ਮੌਸਮ ਵੀ ਅੱਛਾ ਹੋਣਾ ਸ਼ੁਰੂ ਹੋ ਜਾਂਦਾ ਉਵੇਂ ਉਵੇਂ ਲਿਸਟਿੰਗਸ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ। ਤੇ ਦੂਸਰੀ ਚੀਜ਼ ਇਸ ਨੂੰ ਡਰਾਈਵ ਕਰਦੀ ਹੈ ਇੰਟਰਸਟ ਰੇਟਸ, ਜਿਵੇਂ ਤੁਸੀਂ ਆਪਣੇ ਪ੍ਰੀਵੀਅਸ ਕਮੈਂਟ ਦੇ ਵਿੱਚ ਮੈਂਸ਼ਨ ਕੀਤਾ। ਅੱਜ ਕੱਲ ਇਸ ਚੀਜ਼ ਦਾ ਰੁਝਾਨ ਇਸ ਲਈ ਜ਼ਿਆਦਾ ਹੋਇਆ ਸੀ ਕਿਉਂਕਿ ਇੰਟਰਸਟ ਰੇਟ ਬਹੁਤ ਘੱਟ ਰੱਖੇ ਹੋਏ ਸੀ ਬੈਂਕਸ ਨੇ। ਹੁਣ ਜਿਵੇਂ ਕਿ ਨਿਊਜ਼ ਆ ਰਹੀਆਂ ਕਿ ਬੈਂਕਸ ਇੰਟਰਸਟ ਰੇਟ ਨੂੰ ਰਾਈਜ਼ ਕਰਨਾ ਚਾਹੁੰਦੇ ਆ। ਸੋ ਜਦੋਂ ਆਪਣੀ ਇੰਟਰਸਟ ਰੇਟ ਥੋੜਾ ਜਿਹਾ ਹਾਈ ਹੋਣਾ ਹੋਏਗਾ, ਉਦੋਂ ਕੀ ਹੋਏਗਾ ਕਿ ਜੋ ਲੋਕ ਇਸ ਚੀਜ਼ ਤੇ ਕੈਪੀਟਲਾਈਜ਼ ਕਰਨਾ ਚਾਹੁੰਦੇ ਸੀ ਉਹ ਕਰ ਚੁੱਕੇ ਹੋਣਗੇ ਜੀ, ਤੇ ਜੋ ਨਹੀਂ ਕਰ ਸਕੇ ਹੋਣਗੇ ਉਹਨਾਂ ਦੇ ਵਾਸਤੇ ਮਾਰਕੀਟ ਕੁਝ ਸਟੇਬਲਾਈਜ਼ਿੰਗ ਪੀਰੀਅਡ ਦੇ ਵਿੱਚ ਆ ਜਾਏਗੀ, ਤਾਂ ਕਿ ਜਦੋਂ ਤੁਹਾਡੀ ਸਪਲਾਈ ਤੇ ਡਿਮਾਂਡ ਜਦੋਂ ਇੱਕ ਲੈਵਲ ਤੇ ਹੁੰਦੀ ਹੈ ਤੁਹਾਨੂੰ ਸਹੀ ਪ੍ਰੋਡਕਟ ਮਿਲਦਾ ਹੈ। ਬਟ ਇੱਕ ਹੋਰ ਇਹਦੇ ਵਿੱਚ ਇੱਕ ਕੜੀ ਹੈ ਕਿ every year real estate the prices by a certain percentage ਵਧਨੇ ਬਿਲਕੁਲ ਰਾਈਟ। ਸੋ ਉਹਦਾ ਸਾਡੇ ਮੇਰੀ ਇੱਕ ਰਿਕੁਐਸਟ ਹੈ ਕਿ ਜਦੋਂ ਵੀ ਜੇ ਤੁਸੀਂ ਇਸ ਮਾਰਕੀਟ ਦੇ ਵਿੱਚ ਹੋ ਤਾਂ ਐਕਸਕਿਊਜ਼ ਮੀ, ਜੋ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਅਸੀਂ ਆਪਣੇ ਕਲਾਇੰਟਸ ਨੂੰ ਇੱਕ ਪ੍ਰੋਪਰ ਪ੍ਰੀ ਅਪਰੂਵਲ ਕਰਕੇ ਦਿੰਦੇ ਹਾਂ, ਤਾਂ ਕਿ ਸਾਨੂੰ ਸਭ ਤੋਂ ਪਹਿਲਾਂ ਪਤਾ ਹੁੰਦਾ ਹੈ ਕਿ ਕਲਾਇੰਟ ਦੀ ਸਿਚੁਏਸ਼ਨ ਕੀ ਹੈ। ਫਿਰ ਜਦੋਂ ਅਸੀਂ ਉਸ ਸਿਨੈਰੀਓ ਨੂੰ ਅੰਡਰਸਟੈਂਡ ਕਰਦੇ ਹਾਂ ਅਸੀਂ ਕਲਾਇੰਟ ਨੂੰ ਇੱਕ ਨੰਬਰ ਦੇ ਦਿੰਦੇ ਹਾਂ ਕਿ ਤੁਸੀਂ ਇਸ ਵੈਲਿਊ ਤੱਕ ਦਾ ਘਰ ਖਰੀਦ ਸਕਦੇ ਹੋ। ਉਹ ਕੌਨਫੀਡੈਂਸ ਨਾਲ ਕਲਾਇੰਟ ਆਪਣੇ ਰੀਅਲ ਏਸਟੇਟ ਏਜੰਟ ਕੋਲੇ ਜਾਂਦੇ ਆ, ਉਹਨਾਂ ਨੂੰ ਦੱਸਦੇ ਆ ਕਿ ਸਾਡੇ ਕੋਲ ਇਹ ਮੇਰਾ ਬਜਟ ਹੈਗਾ। ਹਾਂਜੀ। ਸੋ ਕਿਉਂਕਿ ਅੱਜ ਕੱਲ ਦੇਖੋ ਤੁਹਾਨੂੰ ਵੀ ਸੁਣਨ ਚ ਆਇਆ ਹੋਏਗਾ ਕਿ ਲੋਕ ਲਾਸਟ ਮਿੰਟ ਤੇ ਕਾਫੀ ਸਕ੍ਰੈਂਬਲ ਕਰਦੇ ਆ ਜੇ ਉਹਨਾਂ ਨੇ ਇਹ ਚੀਜ਼ ਦਾ ਇੰਤਜ਼ਾਮ ਨਾ ਕੀਤਾ ਹੋਵੇ। ਬਿਲਕੁਲ ਬਿਲਕੁਲ। ਤੇ ਤੁਸੀਂ ਪਹਿਲੇ ਤੋਂ ਹੀ ਪਲੈਨਿੰਗ ਕਰਕੇ ਚਲੋ, ਜਿੰਨੀ ਜਿੱਦਾਂ ਕਹਿੰਦੇ ਨਾ ਚਾਦਰ ਹੈਗੀ ਉਨੀ ਲੱਤ ਆਪ ਦੀ ਕਰੋ। ਸੋ I'm so glad you said this once again. Overall it seems like trend ਸਹੀ ਪਾਸੇ ਜਾ ਰਿਹਾ ਹੈ। ਬਟ ਹਰਿੰਦਰ ਜੀ ਇਸ ਇੰਡਸਟਰੀ ਦੇ ਵਿੱਚ ਇੰਨੀ ਅਪਡੇਟਸ ਹੁੰਦੀਆਂ ਲਗਾਤਾਰ, ਜ਼ਰੂਰ ਅਸੀਂ ਬੇਨਤੀ ਕਰਾਂਗੇ ਤੁਸੀਂ ਫਿਰ ਆ ਕੇ ਸਾਡੇ ਨਾਲ ਜੁੜੋ। ਜਾਂਦੇ ਜਾਂਦੇ ਕੋਈ ਤੁਸੀਂ ਐਡਵਾਈਸ ਜਾਂ ਕੋਈ ਤੁਸੀਂ ਅਖੀਰ ਦੇ ਮੈਸੇजेस ਸਾਡੇ ਵਿਊਅਰਸ ਲਈ ਅੱਜ ਦੇਣਾ ਚਾਹੋਗੇ? ਬਿਲਕੁਲ ਜੀ, ਮੈਂ ਇੱਕ ਇਹ ਗੱਲ ਜ਼ਰੂਰੀ ਬੇਨਤੀ ਕਰਨਾ ਚਾਹਾਂਗਾ ਆਪਣੇ ਸਪੈਸ਼ਲੀ ਆਪਣੀ ਕਮਿਊਨਿਟੀ ਤੇ ਖਾਸ ਕਰਕੇ ਉਹਨਾਂ ਦੇ ਫਰੈਂਡਸ ਐਂਡ ਫੈਮਿਲੀ ਲਈ ਕਿ ਜਿਹੜਾ ਤੁਹਾਡਾ ਘਰ ਹੈ ਦੈਟਸ ਦ ਬਿਗੇਸਟ ਇਨਵੈਸਟਮੈਂਟ ਆਫ ਯੋਰ ਲਾਈਫ। ਆਪਾਂ ਸਾਰੀ ਪੂੰਜੀ ਇਕੱਠੀ ਕਰਦੇ ਹਾਂ ਤਾਂ ਕਿ ਇਸ ਕੰਟਰੀ 'ਚ ਆ ਕੇ ਆਪਾਂ ਆਪਣੇ ਲਈ ਇੱਕ ਘਰ ਖਰੀਦ ਸਕੀਏ। ਸੋ ਤੁਸੀਂ ਟਾਈਮ ਕੱਢ ਕੇ ਮੈਨੂੰ ਡਾਇਰੈਕਟਲੀ ਕਾਲ ਕਰੋ, ਅਸੀਂ ਤੁਹਾਡੇ ਨਾਲ ਫੇਸ ਟੂ ਫੇਸ ਜਾਂ ਜਿੱਦਾਂ ਤੁਹਾਨੂੰ ਕੰਫਰਟ ਲੱਗਦਾ ਹੈ ਤੁਹਾਡੀ ਸਿਚੁਏਸ਼ਨ ਨੂੰ ਅੰਡਰਸਟੈਂਡ ਕਰਦਿਆਂ ਹੋਇਆਂ ਤੁਹਾਨੂੰ ਅਸੀਂ ਗਾਈਡ ਕਰਾਂਗੇ ਤਾਂ ਕਿ ਤੁਸੀਂ ਲਾਸਟ ਮਿੰਟ ਸਕ੍ਰੈਂਬਲ ਨਾ ਕਰੋ, ਬਿਕਾਜ਼ ਤੁਹਾਨੂੰ ਵੀ ਪਤਾ ਹੈ ਮਾਰਕੀਟ ਕਿਸ ਡਾਇਰੈਕਸ਼ਨ 'ਚ ਜਾ ਰਹੀ ਹੈ। ਸਾਨੂੰ ਵੀ ਸੇਵਾ ਦਾ ਮੌਕਾ ਦਿਓ ਤੇ ਤਾਂ ਕਰਕੇ ਤੁਸੀਂ ਰੇਡੀਓ ਜਾਂ ਟੀਵੀ ਦੇ ਇਸ ਚੈਨਲ ਦੇ ਮਾਧਿਅਮ ਦੇ ਥਰੂ
ਅਸੀਂ ਹੋਰ ਲੋਕਾਂ ਨੂੰ ਐਜੂਕੇਟ ਕਰ ਸਕੀਏ। ਬਿਲਕੁਲ। ਹਰਿੰਦਰ ਹਲਾਂ ਜੀ, ਇੱਕ ਵਾਰੀ ਫਿਰ ਮੈਂ ਤੁਹਾਡਾ ਫੋਨ ਨੰਬਰ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਮਾਰਸੈਲ ਤੋਂ ਤੁਸੀਂ ਸਾਡੇ ਨਾਲ ਜੁੜੇ, ਰੌਕ ਮੌਰਗੇਜ ਫਰਮ ਦੇ ਨਾਲ ਤੁਸੀਂ ਇਸ ਵੇਲੇ ਕੰਮ ਕਰ ਰਹੇ ਹੋ, ਲੋਕਾਂ ਦੀ ਸਰਵਿਸ ਕਰ ਰਹੇ ਹੋ, ਖਾਸ ਕਰ ਜਿੱਥੇ ਮੌਰਗੇਜਸ, ਲੈਂਡਿੰਗ ਅਤੇ ਜੋ ਸਾਰੀ ਫਾਈਨੈਂਸ਼ੀਅਲ ਚੀਜ਼ਾਂ ਸੰਬੰਧਿਤ ਹੁੰਦੀਆਂ ਇੱਕ ਇਹੋ ਜਿਹੀ ਪ੍ਰੋਪਰਟੀ ਦੇ ਨਾਲ ਜੁੜੀਆਂ ਹੁੰਦੀ। ਥੈਂਕ ਯੂ ਸੋ ਮਚ ਫॉर योर टाइम हरिंदर जी, एंड जो तुसी सानू जानकारी दित्ती, it was so good talking to you. Have a good rest of your evening and जरूर साडे नाल फिर आके जुड़ो। सत श्री अकाल। ਤੁਸੀਂ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਇੱਥੇ ਹੀ ਵਿਊਅਰਸ ਨੂੰ ਅਸੀਂ ਇਹ ਕਹਿੰਦੇ ਹਾਂ ਕਿ ਅਗਰ ਤੁਸੀਂ ਵੀ ਖਾਸ ਕਰਕੇ ਸਾਡੇ ਕੈਨੇਡਾ ਦੇ ਵਿਊਅਰਸ ਇਸ ਪਾਸੇ ਸੋਚ ਰਹੇ ਹੋ, ਆਪਦੀ ਪੂੰਜੀ ਜੋੜ ਰਹੇ ਹੋ ਕਿ ਸਾਨੂੰ ਵੀ ਨਵਾਂ ਇੱਕ ਮਕਾਨ ਲੈਣ ਦਾ ਹੁਣ ਟਾਈਮ ਆ ਗਿਆ ਹੈ, ਤੇ ਤੁਸੀਂ ਜ਼ਰੂਰ ਹਰਿੰਦਰ ਜੀ ਨਾਲ ਸੰਪਰਕ ਕਰ ਸਕਦੇ ਹੋ, ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਡੇ ਤੋਂ ਸੁਣਨਾ ਚਾਹੁੰਦੇ ਹਾਂ ਇਸ ਸ਼ੋਅ ਨੂੰ ਲੈ ਕੇ ਕਿਹੋ ਜਿਹੀ ਗੱਲਾਂ, ਕਿਹੋ ਜਿਹੇ ਗੈਸਟਸ ਤੁਸੀਂ ਵੇਖਣਾ ਚਾਹੋਗੇ, ਜਾਂ ਅਗਰ ਤੁਹਾਡੇ ਕੋਲ ਕੋਈ ਇਹੋ ਜਿਹੀ ਸਟੋਰੀ ਹੈ, ਇਹੋ ਜਿਹੀ ਜਾਣਕਾਰੀ ਹੈ ਜੋ ਤੁਹਾਨੂੰ ਲੱਗਦਾ ਹੈ ਕਿ ਸ਼ੇਅਰ ਕਰਨੀ ਬਹੁਤ ਜ਼ਰੂਰੀ ਹੈ ਸਾਡੀ ਕੈਨੇਡੀਅਨ ਕਮਿਊਨਿਟੀ ਦੇ ਨਾਲ, ਤੇ ਤੁਸੀਂ ਸਾਡੇ ਨਾਲ ਜ਼ਰੂਰ ਕਨੈਕਟ ਕਰੋ। ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਇਸੇ ਤਰ੍ਹਾਂ ਤੁਹਾਡੇ ਨਾਲ ਫਿਰ ਕੱਲ ਹਾਜ਼ਰ ਹੋਵਾਂਗੇ ਇੱਕ ਨਵਾਂ ਪ੍ਰੋਗਰਾਮ ਲੈ ਕੇ, ਇੱਕ ਨਵਾਂ ਚਾਹ ਦਾ ਕੱਪ ਲੈ ਕੇ। ਹੁਣ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।